ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੋ ਯੂਰਪ ਦੇ ਨਾਲ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇੱਕ ਖਾਸ ਦਿਹਾੜੇ ਦੇ ਉੱਤੇ ਸ਼ੁਭ ਆਗਮਨ ਤੇ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜੀਵਾਂ ਨੂੰ ਕਹਿੰਦੇ ਹਾਂ। ਤੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਪੰਜਾਬੀ ਭਾਈਚਾਰਾ ਬੈਠਾ ਹੈ, ਪੰਜਾਬੀ ਵਾਸਤੇ ਕੀ ਕੀ ਹੋ ਰਿਹਾ ਹੈ, ਕਿਉਂਕਿ ਅਸੀਂ ਮਨਾ ਰਹੇ ਹਾਂ ਜੋ ਕਿ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ। ਸਾਡੇ ਵਾਸਤੇ ਪੰਜਾਬੀ ਕਿੰਨੀ ਅਹਿਮ ਹੈ, ਕਿੰਨੀ ਜ਼ਰੂਰੀ ਹੈ ਤੇ ਸਾਨੂੰ ਇਹ ਦਿਨ ਕਿਉਂ ਮਨਾਉਣੇ ਪੈਂਦੇ ਹਨ, ਇਹਦੇ ਬਾਰੇ ਵੀ ਗੱਲਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਨੇ। ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਨਾਲ ਬਹੁਤ ਹੀ ਦੂਰ ਦਰਾਡੇ, ਸਾਡੇ ਸਭ ਤੋਂ ਜ਼ਿਆਦਾ ਦੂਰ ਜੇ ਕਹਿ ਦਈਏ ਪਰ ਦਿਲਾਂ ਦੇ ਬਹੁਤ ਨੇੜੇ, ਸਾਡੇ ਦੋਸਤ ਦਲਵੀਰ ਸਿੰਘ ਜੀ ਹਲਵਾਰਵੀ ਤੇ ਪ੍ਰਭਜੋਤ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਅੱਜ ਆਸਟ੍ਰੇਲੀਆ ਤੋਂ। ਤੇ ਆਓ ਅਸੀਂ ਦੋਹਾਂ ਮਹਿਮਾਨਾਂ ਦਾ ਪਹਿਲਾਂ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਦੋਹਾਂ ਵੀਰਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਸੰਸਾਰ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਆਸਟ੍ਰੇਲੀਆ ਦੇ ਪੰਜਾਬੀਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰਭਜੋਤ ਜੀ, ਤੁਹਾਤੋਂ ਹੀ ਸ਼ੁਰੂ ਕਰਦੇ ਹਾਂ ਕਿ ਤੁਸੀਂ ਪਹਿਲੀ ਗੱਲ ਤਾਂ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਰੁਝੇਵੇਂ ਸਾਨੂੰ ਪਤਾ ਇਹਨਾਂ ਮੁਲਕਾਂ ਵਿੱਚ ਬਹੁਤ ਹੁੰਦੇ ਆ। ਤੁਸੀਂ ਦੱਸੋ ਕਿ ਜਿਹੜੀ ਤੁਹਾਡੀ ਓਜ਼ੀ ਜਾਂ ਇਪਸਾ ਜਿਹੜੀ ਤੁਹਾਡੀ ਜਥੇਬੰਦੀ ਆ ਉਹ ਕਦੋਂ ਤੇ ਕਿਵੇਂ ਸਥਾਪਿਤ ਹੋਈ, ਉਹਦੇ ਕੀ ਕਾਰਨ ਬਣੇ, ਕੀ ਸਬਬ ਉਹਦਾ ਬਣਿਆ? ਪ੍ਰਭਜੋਤ ਜੀ। ਦੇਖੋ ਜੀ, ਆਸਟ੍ਰੇਲੀਆ ਇੱਕ ਅਜਿਹਾ ਦੇਸ਼ ਹੈ ਜਿੱਥੇ ਪ੍ਰਵਾਸ ਬਹੁਤ ਲੇਟ ਸ਼ੁਰੂ ਹੋਇਆ। ਜ਼ਿਆਦਾ ਪ੍ਰਵਾਸ 1990 ਤੋਂ ਬਾਅਦ ਸ਼ੁਰੂ ਹੋਇਆ ਤੇ ਉਹਦੇ ਵਿੱਚ ਪੰਜਾਬੀਆਂ ਦੀ ਆਮਦ ਜਿਹੜੀ ਆ ਉਹ ਹੌਲੀ ਹੌਲੀ ਸਾਡੀ ਉਹ ਵਧਣੀ ਸ਼ੁਰੂ ਹੋਈ। ਪਹਿਲਾਂ ਵਿਦਿਆਰਥੀਆਂ ਵੀਜ਼ਿਆਂ ਤੇ, ਉਸ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਦੇ ਜਿਹੜੇ ਲੇਬਰ ਪਾਰਟੀ ਵੱਲੋਂ ਨੀਤੀ ਲਿਆਂਦੀ ਗਈ ਸੀਗੀ ਕਿ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਲਿਆ ਕੇ ਇਹਦੀ ਪਾਪੂਲੇਸ਼ਨ ਹੈ ਇਸ ਲੈਵਲ ਤੇ ਲਿਆਂਦੀ ਜਾਵੇ, ਜਿਹਦੇ ਨਾਲ ਮੁਲਕ ਏਜਿੰਗ ਪਾਪੂਲੇਸ਼ਨ ਹੋਣ ਕਰਕੇ ਉਹਨਾਂ ਨੂੰ ਨੌਜਵਾਨ ਹੱਥਾਂ ਦੀ ਔਰ ਜਿਹੜੇ ਸਕਿਲਡ ਪੀਪਲ ਦੀ ਜ਼ਰੂਰਤ ਸੀਗੀ। ਸੋ ਉਸ ਪਾਲਿਸੀ ਦੇ ਤਹਿਤ 91, 92, 93 ਦੇ ਵਿੱਚ ਪ੍ਰਵਾਸ ਹੋਣਾ ਸ਼ੁਰੂ ਹੋਇਆ। ਔਰ ਪੰਜਾਬ ਦੇ ਵਿੱਚੋਂ ਜਿਵੇਂ ਕਹਿ ਲਈਏ ਕਿ ਆਸਟ੍ਰੇਲੀਆ ਨੂੰ ਉਦੋਂ ਇਹ ਸਮਝਿਆ ਜਾਂਦਾ ਸੀਗਾ ਕਿ ਆਸਟ੍ਰੇਲੀਆ ਤਾਂ ਕੋਈ ਮਹੱਤਵਪੂਰਨ ਦੇਸ਼ ਨਹੀਂ ਹੈਗਾ, ਲੋਕੀ ਬਾਹਰ ਜਾਣ ਦਾ ਮਤਲਬ ਕੈਨੇਡਾ, ਅਮਰੀਕਾ ਨੂੰ ਸਮਝਦੇ ਸੀਗੇ। ਪਰ ਜਦੋਂ ਪੰਜਾਬੀ ਇੱਧਰ ਆ ਕੇ ਵਸਣੇ ਸ਼ੁਰੂ ਹੋਏ ਤਾਂ ਇੱਥੋਂ ਦਾ ਪੌਣ ਪਾਣੀ, ਇੱਥੋਂ ਦਾ ਮਾਹੌਲ ਵੇਖਿਆ। ਉਸ ਮਾਹੌਲ ਤੋਂ ਬਾਅਦ ਸਭ ਤੋਂ ਪਹਿਲਾ ਚੈਲੰਜ ਤਾਂ ਸਥਾਪਤੀ ਦਾ ਹੁੰਦਾ ਆ। ਹਰ ਪਰਿਵਾਰ ਆ ਕੇ ਆਪਣੀ ਸਥਾਪਤੀ ਨੂੰ ਪਹਿਲਾਂ ਪਹਿਲ ਦਿੰਦਾ ਆ। ਸਥਾਪਿਤ ਹੋਣ ਤੋਂ ਬਾਅਦ ਜਿਹੜਾ ਸੱਭਿਆਚਾਰਕ ਭੁੱਖ ਆ ਉਹ ਢਿੱਡ ਦੀ ਭੁੱਖ ਤੋਂ ਬਾਅਦ ਜਾਗਦੀ ਆ। ਉਸ ਤੋਂ ਬਾਅਦ ਸਾਰੇ ਜਿਹੜੇ ਨੇ ਪਰਿਵਾਰ ਇਕੱਠੇ ਹੋਣੇ ਸ਼ੁਰੂ ਹੁੰਦੇ ਨੇ, ਆਪਣੀਆਂ ਐਸੋਸੀਏਸ਼ਨਾਂ ਬਣਾਉਂਦੇ ਨੇ, ਗਤੀਵਿਧੀਆਂ ਸ਼ੁਰੂ ਕਰਦੇ ਨੇ। ਔਰ ਜਿਹੜੀਆਂ ਪਹਿਲਾਂ ਪਹਿਲ ਗਤੀਵਿਧੀਆਂ ਜਿਹੜੀਆਂ ਸ਼ੁਰੂ ਹੋਈਆਂ ਆਸਟ੍ਰੇਲੀਆ ਦੇ ਵਿੱਚ ਉਹ ਜ਼ਿਆਦਾਤਰ ਸੱਭਿਆਚਾਰ ਨਾਲ ਸੰਬੰਧਿਤ ਸੀਗੀਆਂ। ਸੋ ਬਹੁਤ ਸਾਰੀ ਵੀਰਾਂ ਭੈਣਾਂ ਨੇ ਆਪੋ ਆਪਣੀਆਂ ਐਸੋਸੀਏਸ਼ਨਸ ਬਣਾ ਕੇ ਗਿੱਧਾ, ਭੰਗੜਾ, ਦੀਵਾਲੀ, ਵਿਸਾਖੀ ਅਜਿਹੇ ਸਮਾਗਮ ਰਚਾਉਣੇ ਸ਼ੁਰੂ ਕੀਤੇ, ਜਿਨ੍ਹਾਂ ਵਿੱਚ ਚੰਗੀ ਗੱਲ ਇਹ ਸੀ ਕਿ ਪੰਜਾਬੀ ਦੀ ਗੱਲ ਹੋਣ ਲੱਗ ਪਈ। ਪੰਜਾਬੀ ਦੇ ਵਿੱਚ ਜਿਹੜੇ ਸਥਾਨਕ ਬੱਚੇ ਸੀ, ਜਿਹੜੇ ਸਾਡੇ ਤੋਂ ਪਹਿਲਾਂ ਪਰਿਵਾਰ ਆਏ ਹੋਏ ਸੀਗੇ, ਉਹਨਾਂ ਵਾਸਤੇ ਨਿਵੇਕਲੀ ਗੱਲ ਸੀਗੀ। ਉਸ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਇਹ ਜ਼ਰੂਰਤ ਮਹਿਸੂਸ ਹੋਈ ਕਿ ਕਿਉਂ ਨਾ ਜਿਹੜਾ ਪੰਜਾਬੀ ਭਾਸ਼ਾ ਵਾਸਤੇ ਹੋਰ ਆਪਾਂ ਅੱਗੇ ਵਧਿਆ ਜਾਵੇ ਔਰ ਉੱਥੇ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰੀਏ। ਸੋ ਜੇ ਤੁਹਾਡਾ ਸਵਾਲ ਸੀਗਾ ਕਿ ਸਾਡੀ ਐਸੋਸੀਏਸ਼ਨ, ਇਹ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਅਸੀਂ 2006 ਦੇ ਵਿੱਚ ਸਥਾਪਿਤ ਕੀਤੀ ਸੀ। ਸੋ 2006 ਦੇ ਵਿੱਚ ਸਥਾਪਿਤ ਕਰਨ ਲੱਗਿਆ ਸਾਡਾ ਜਿਹੜਾ ਮਨੋਰਥ ਹੈ, ਇਹਦਾ ਮਨੋਰਥ ਇਹ ਸੀਗਾ ਕਿ ਪੰਜਾਬੀ ਦੀ ਜਿਹੜੀ ਹੋਂਦ ਆ ਉਹਨੂੰ ਦਰਸਾਇਆ ਜਾਵੇ। ਜਿਹੜੇ ਇੱਥੋਂ ਦੇ ਸਿਆਸੀ ਹਲਕਿਆਂ ਦੇ ਵਿੱਚ ਇੱਥੋਂ ਦੇ ਜਿਹੜੇ ਜਿਹਨੂੰ ਕਹਿ ਲਈਏ ਕਿ ਜਿਨ੍ਹਾਂ ਨੇ ਕਾਰਜਪਾਲਿਕਾ ਚਲਾਉਣੀ ਹੁੰਦੀ ਆ, ਜਿਨ੍ਹਾਂ ਨੇ ਐਗਜ਼ੈਕਟਿਵ ਦੇ ਵਿੱਚ ਕੰਮ ਕਰਨਾ ਹੁੰਦਾ, ਉਹਨਾਂ ਤੱਕ ਸਾਡੀਆਂ ਪ੍ਰਾਪਤੀਆਂ, ਸਾਡੇ ਹੋਂਦ, ਸਾਡੇ ਬਾਰੇ ਉਹਨਾਂ ਤੱਕ ਜਾਣਕਾਰੀ ਪਹੁੰਚਾਈ ਜਾਵੇ। ਕਿਉਂਕਿ ਗਿੱਧੇ ਭੰਗੜੇ ਵਾਲੀਆਂ ਐਸੋਸੀਏਸ਼ਨਾਂ ਆਲਰੇਡੀ ਬਹੁਤ ਸੀਗੀਆਂ। ਸੋ ਅਸੀਂ ਇੱਕ ਨਵੇਂ ਮਨੋਰਥ ਨਾਲ ਸ਼ੁਰੂ ਆਏ। ਅਸੀਂ ਇਹ ਕੰਮ ਸ਼ੁਰੂ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਪੰਜਾਬੀਆਂ ਨੇ ਆ ਕੇ ਕੋਈ ਮਾਣਯੋਗ ਕੰਮ ਕੀਤਾ ਆ, ਉਹਨਾਂ ਦੇ ਵਾਸਤੇ ਇੱਕ ਸਾਲਾਨਾ ਸਮਾਗਮ ਸ਼ੁਰੂ ਕੀਤਾ, ਜਿਹੜਾ ਨਿਊ ਸਾਊਥ ਵੇਲ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਕੋਲੋਂ
ਇੱਕ ਬਕਾਇਦਾ ਇੱਕ ਹਾਲ ਲੈ ਕੇ ਉਸ ਹਾਲ ਦੇ ਵਿੱਚ ਅਸੀਂ ਇਹ ਸਮਾਗਮ ਰਚਾਉਣਾ ਸ਼ੁਰੂ ਕੀਤਾ, ਜਿਹਨੂੰ ਨਾਂ ਦਿੱਤਾ ਗਿਆ ਵਿਸਾਖੀ ਦਾ। ਸੋ ਪੰਜਾਬੀ ਕੌਂਸਲ ਨੇ 2007 ਤੋਂ ਜਿਹੜੀ ਆ ਵਿਸਾਖੀ ਮਨਾਉਣੀ ਸ਼ੁਰੂ ਕੀਤੀ, ਜਿਹਦੇ ਵਿੱਚ ਕਿਸੇ ਨੇ ਖੇਡ ਖੇਤਰ ਵਿੱਚ, ਕਿਸੇ ਨੇ ਸੱਭਿਆਚਾਰ ਦੇ ਖੇਤਰ 'ਚ, ਕਿਸੇ ਨੇ ਸਾਹਿਤ ਦੇ ਖੇਤਰ ਵਿੱਚ, ਜਾਂ ਕਿਸੇ ਨੇ ਕਾਰਜਪਾਲਿਕਾ ਦੇ ਵਿੱਚ ਕਿਸੇ ਵੀ ਜਿੱਥਾ ਕੋਈ ਵਰਣਨਯੋਗ ਕੰਮ ਕੀਤਾ ਆ, ਉਹਨਾਂ ਨੂੰ ਪੰਜਾਬੀਅਤ ਦੇ ਮਾਣ ਨਾਲ ਉਸ ਪਾਰਲੀਮੈਂਟ ਦੇ ਵਿੱਚ ਸਨਮਾਨਿਤ ਕਰਨ ਦਾ ਅਸੀਂ ਸਿਲਸਿਲਾ ਸ਼ੁਰੂ ਕੀਤਾ। ਉਹਦੇ ਵਿੱਚ ਕਿਉਂਕਿ ਪਾਰਲੀਮੈਂਟ ਦੇ ਵਿੱਚ ਸਮਾਗਮ ਹੁੰਦਾ ਸੀਗਾ, ਤਾਂ ਜਿਹੜੇ ਸਾਡੇ ਇਨਵਾਈਟੀ ਸੀਗੇ ਉਹ ਪ੍ਰੀਮੀਅਰ ਤੋਂ ਇਲਾਵਾ ਉਹਨਾਂ ਦੀ ਜਿਹੜੀ ਆ ਕੈਬਨਿਟ, ਸੋ ਕਈ ਵਾਰੀ 20 ਤੋਂ ਲੈ ਕੇ 25 ਜਿਹੜੇ ਕੈਬਨਿਟ ਦੇ ਮੈਂਬਰਸ ਆ ਉਹ ਇਸ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਗਏ। ਮਨੋਰਥ ਇਹ ਸੀਗਾ ਕਿ ਅਸੀਂ ਜਿਹੜੇ ਸਥਾਨਕ ਜਿਨ੍ਹਾਂ ਨੇ ਜਿਹੜੇ ਰਾਜ ਭਾਗ ਚਲਾ ਰਹੇ ਨੇ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਸਾਡੇ ਕੋਲ ਮਾਣਯੋਗ ਹਸਤੀਆਂ ਹਰ ਖੇਤਰ ਦੇ ਵਿੱਚ ਅੱਗੇ ਵੱਧ ਕੇ ਕੰਮ ਕਰਨ ਵਾਲੀਆਂ ਹਸਤੀਆਂ ਅਵੇਲੇਬਲ ਨੇ। ਸੋ ਹਰ ਸਾਲ ਅਸੀਂ 4 ਤੋਂ 5 ਜਿਹੜੀਆਂ ਹਸਤੀਆਂ, ਜਿਹਨਾਂ ਨੂੰ ਚੋਣਵੀਆਂ ਹਸਤੀਆਂ ਸੀ ਹੁੰਦੀਆਂ, ਉਹਨਾਂ ਨੂੰ ਚੁਣ ਕੇ ਉਹਨਾਂ ਨੂੰ ਅਸੀਂ ਸਨਮਾਨ ਫਿਰ ਉਹਦੇ 'ਚ ਪਾਰਲੀਮੈਂਟ ਜਾ ਕੇ ਕਰਦੇ ਰਹੇ। ਤੁਹਾਡੇ UK ਤੋਂ ਬਾਬਾ ਫੌਜਾ ਸਿੰਘ ਹੋਰੀ ਆਏ ਸੀਗੇ, ਉਹਨਾਂ ਨੂੰ ਜਦੋਂ ਉਹਨਾਂ ਨੇ 102ਵਾਂ ਜਨਮ ਦਿਨ ਮਨਾਇਆ ਸੀਗਾ ਤਾਂ ਅਸੀਂ ਉਹਨਾਂ ਦਾ ਨਿਊ ਸਾਊਥ ਵੇਲ ਪਾਰਲੀਮੈਂਟ ਵਿੱਚ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਤੇ ਉਹਨਾਂ ਨੂੰ ਪੰਜਾਬੀਅਤ ਦੇ ਮਾਣ ਨਾਲ ਸਨਮਾਨਿਤ ਵੀ ਕੀਤਾ। ਸੋ ਉਦੋਂ ਤੋਂ ਲੈ ਕੇ 2020 ਤੱਕ ਤਕਰੀਬਨ 15 ਸਮਾਗਮ ਜਿਹੜਾ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਕਰ ਚੁੱਕੀ ਆ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਵੀ ਪੰਜਾਬ ਤੋਂ ਜਾਂ ਸੰਸਾਰ ਦੇ ਕਿਸੇ ਵੀ ਕੋਨੇ ਤੋਂ ਸਾਹਿਤ, ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਲੋਕ ਆਉਂਦੇ ਨੇ, ਉਹਨਾਂ ਦੇ ਵਾਸਤੇ ਅਸੀਂ ਇੱਕ ਪੁਲ ਬਣ ਸਕੀਏ। ਉਹਨਾਂ ਨੂੰ ਜਿਹੜੇ ਆਸਟ੍ਰੇਲੀਆ ਦੇ ਪੰਜਾਬੀਆਂ ਤੱਕ ਰੂਬਰੂ ਕਰਾਉਣ ਵਾਸਤੇ ਅਜਿਹੇ ਸਮਾਗਮ ਰਚਾਏ ਜਾਣ ਜਿਨ੍ਹਾਂ ਸਮਾਗਮਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਵੇ, ਸਥਾਨਕ ਪੰਜਾਬੀਆਂ ਦੀ, ਔਰ ਆਉਣ ਵਾਲੇ ਮਹਿਮਾਨਾਂ ਦਾ ਮਾਣ ਸਨਮਾਨ ਹੋਵੇ। ਇਹ ਅਸੀਂ ਆਪਣੇ ਵੱਲੋਂ ਇੱਕ ਨਵੇਕਲਾ ਕਾਰਜ ਸ਼ੁਰੂ ਕੀਤਾ ਸੀਗਾ। ਬਾਕੀ ਜਿਹੜਾ ਹਾਂਜੀ, ਸੌਰੀ ਤੁਸੀਂ ਅੱਗੇ ਚਲੋ। ਸੌਰੀ, ਕਾਫੀ ਜਾਣਕਾਰੀ ਦਿੱਤੀ। ਮੇਰੇ ਖਿਆਲ ਦੇ ਵਿੱਚ ਥੋੜਾ ਜਿਹਾ ਮੈਂ ਜਿਹੜਾ ਫਰਕ ਇਹੀ ਸ਼ੁਰੂਆਤ ਵਿੱਚ ਮਹਿਸੂਸ ਕੀਤਾ ਕਿ ਜੋ ਆਮਨ ਦੀ ਗੱਲ ਕੀਤੀ ਹੈ ਕਿ ਤੁਸੀਂ ਬੱਚਿਆਂ ਤੋਂ ਬਾਅਦ ਤੁਸੀਂ ਗਏ ਆ, ਤੇ ਅਸੀਂ ਕੈਨੇਡਾ, ਇੰਗਲੈਂਡ ਦੀ ਗੱਲ ਕਰਦੇ ਹਾਂ, ਬਰਤਾਨੀਆ ਦੀ ਗੱਲ ਕਰਦੇ ਹਾਂ ਕਿ ਸਾਡੇ ਬਜ਼ੁਰਗ ਪਹਿਲਾਂ ਆਏ ਤੇ ਬੱਚੇ ਬਾਅਦ ਵਿੱਚ ਆਏ, ਜਾਂ ਬੱਚੇ ਇੱਥੇ ਬਾਅਦ ਚ ਪੈਦਾ ਹੋਏ। ਥੋੜਾ ਜਿਹਾ ਇਹੀ ਫਰਕ ਹੈ। ਤੇ ਹੁਣ ਮੈਂ ਦਲਵੀਰ ਹਲਵਾਰਵੀ, ਅਸੀਂ ਉਹਨਾਂ ਨੂੰ ਸੁਮਨ ਵੀ ਕਹਿੰਦੇ ਹਾਂ, ਹਲਵਾਰਵੀ ਜੀ ਦਾ ਵੀ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਸਮਾਂ ਕੱਢਿਆ, ਉਹਨਾਂ ਦਾ ਬੜਾ ਯੋਗਦਾਨ ਰਿਹਾ ਬਰਤਾਨੀਆ ਦੇ ਵਿੱਚ ਪੰਜਾਬੀ ਵਾਸਤੇ, ਉਹਨਾਂ ਨੇ ਬੜਾ ਯੋਗਦਾਨ ਪਾਇਆ। ਦਲਵੀਰ ਜੀ, ਪਹਿਲਾਂ ਦੱਸੋ ਕਿ ਤੁਸੀਂ ਆ ਕੇ ਆਸਟ੍ਰੇਲੀਆ ਆ ਕੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ, ਤੇ ਪੰਜਾਬੀ ਦੇ ਨਾਲ ਜਿਹੜੇ ਇਹਨਾਂ ਨੇ ਸੰਧੂ ਸਾਹਿਬ ਨੇ ਦੱਸਿਆ ਕਿ ਤੁਸੀਂ ਹੋਰ ਵਿਸ਼ਾਲ ਅੱਖ ਦੇ ਨਾਲ ਕੀ ਕੁਝ ਦੇਖਿਆ ਤੇ ਕੀ ਮਹਿਸੂਸ ਕੀਤਾ ਆਸਟ੍ਰੇਲੀਆ ਆ ਕੇ। ਸ਼ਿੰਦਰਪਾਲ ਜੀ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਮੈਂ ਇੰਗਲੈਂਡ ਵਿੱਚ ਬਹੁਤ ਸਾਰੀਆਂ ਸਾਹਿਤਕ ਸਭਾਵਾਂ ਦੇ ਨਾਲ ਜੁੜਿਆ ਹੋਇਆ ਸੀ ਤੇ ਵਿੱਚ ਹਿੱਸਾ ਲੈਂਦਾ ਰਹਿੰਦਾ ਸੀ, ਤੇ 13 ਸਾਲ ਮੈਨੂੰ ਹੁਣ ਹੋ ਗਏ ਆਸਟ੍ਰੇਲੀਆ ਦਾ ਵਸਨੀਕ ਬਣੇ ਨੂੰ। ਆਸਟ੍ਰੇਲੀਆ ਆ ਕੇ ਕਿਉਂਕਿ ਨਵੇਂ ਮੁੰਡੇ ਆ ਰਹੇ ਸਨ, ਇੰਟਰਨੈਸ਼ਨਲ ਸਟੂਡੈਂਟ ਆ ਰਹੇ ਨੇ ਸਨ, ਹੌਲੀ ਹੌਲੀ ਥੋੜੇ ਜਿਹੇ ਇੱਥੇ ਸਾਹਿਤਕ ਸਮਾਗਮ ਹੁੰਦੇ ਸਨ, ਗੁਰਦੁਆਰਿਆਂ ਵਿੱਚ ਹੁੰਦੇ ਸਨ ਜਾਂ ਕੁਝ ਕੀਤੇ ਜਾਂਦੇ ਸਨ। ਪੰਜਾਬੀ ਸਾਹਿਤ ਸਭਾ ਵੀ ਬਣੀ ਹੋਈ ਸੀ, ਤੇ ਉਸ ਦੇ ਨਾਲ ਫਿਰ ਹੌਲੀ ਹੌਲੀ ਕੋਸ਼ਿਸ਼ ਇਹ ਕੀਤੀ ਗਈ ਕਿ ਅਸੀਂ ਪਰਿਵਾਰਕ ਤੌਰ ਤੇ ਕੁਝ ਇਕੱਠੇ ਹੋਈਏ, ਕੱਲੀਆਂ ਕਵਿਤਾਵਾਂ ਸੁਣਾਉਣ ਤੱਕ ਸੀਮਿਤ ਨਾ ਰਹੀਏ। ਤੇ ਇਸ ਤੋਂ ਬਾਅਦ ਫਿਰ ਜਨਵਰੀ 2016 ਵਿੱਚ ਇਪਸਾ ਦੀ ਜਿਹੜੀ ਬੁਨਿਆਦ ਹੈ ਉਹ ਰੱਖੀ ਗਈ ਅਤੇ ਪਰਿਵਾਰਾਂ ਨੂੰ ਇਸ ਨਾਲ ਜੋੜਿਆ। ਇਸ ਸਮੇਂ ਸਾਡੇ ਕੋਲ 31 ਪਰਿਵਾਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਇਪਸਾ ਦੇ ਵਿੱਚ, ਤੇ ਅਸੀਂ ਤਕਰੀਬਨ ਹਰ ਮਹੀਨੇ ਪਿੱਛੋਂ ਇਕੱਠੇ ਹੁੰਦੇ ਹਾਂ, ਪੰਜਾਬ ਤੇ ਪੰਜਾਬੀਅਤ ਬਾਰੇ ਗੱਲਬਾਤ ਕਰਦੇ ਹਾਂ, ਤੇ ਬੱਚੇ ਵੀ ਕਵਿਤਾਵਾਂ ਪੜ੍ਹਦੇ ਹਨ। ਸਾਡੇ ਇੱਕ ਜਿਹੜੇ ਜਨਰਲ ਸਕੱਤਰ ਸਰਜੀਤ ਸੰਧੂ, ਉਹਨਾਂ ਨੇ ਕਿਤਾਬ ਵੀ ਇੱਕ ਬੱਚਿਆਂ ਬਾਰੇ ਲਿਖਿਆ, ਨਿੱਕੇ ਨਿੱਕੇ ਤਾਰੇ, ਤੇ ਉਹਨਾਂ ਦੇ ਵਿੱਚੋਂ ਗੀਤ ਬੱਚੇ ਸਟੇਜ ਦੇ ਉੱਤੇ ਆ ਕੇ ਅਸੀਂ ਉਹਨਾਂ ਨੂੰ ਵੀ ਨਾਲ ਸ਼ਾਮਲ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਪੰਜਾਬੀ ਦਾ ਮੋਹ ਇਸੇ ਤਰ੍ਹਾਂ ਹੀ ਪਤਾ ਲੱਗੇ। ਕਿਉਂਕਿ ਮੈਂ ਵੀ ਬੜੀ ਛੋਟੀ ਉਮਰ ਦੇ ਵਿੱਚ 5ਵੀਂ 6ਵੀਂ ਤੋਂ ਪੜ੍ਹਦਾ ਹੀ ਇੰਗਲੈਂਡ ਆ ਗਿਆ ਸੀ, ਤੇ ਇੱਥੇ ਆ ਕੇ ਗੁਰੂ ਨਾਨਕ ਗੁਰਦੁਆਰਾ ਸਮੈਰਿਕ ਵਿਖੇ ਵੀ ਆ ਕੇ ਪੰਜਾਬੀ ਸਿੱਖੀ ਪੜ੍ਹੀ, ਉੱਥੇ ਹੀ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦਾ ਰਿਹਾ। ਸੋ ਇੱਥੋਂ ਇਪਸਾ ਦੀ ਬੁਨਿਆਦ ਹੋਈ 2016 ਦੇ ਵਿੱਚ। ਪਰਿਵਾਰਕ ਤੌਰ ਤੇ 31 ਪਰਿਵਾਰਾਂ ਦਾ ਕਾਫਲਾ ਇਕੱਠਾ ਹੋਇਆ ਅਤੇ ਤਕਰੀਬਨ ਅਸੀਂ ਹਰ ਮਹੀਨੇ ਇਕੱਠੇ ਹੁੰਦੇ ਰਹਿੰਦੇ ਹਾਂ।
ਤੇ ਇਸ ਦੇ ਨਾਲ ਸਾਨੂੰ ਜਦੋਂ ਕੋਈ ਪਤਾ ਲੱਗ ਜੇ ਕਿ ਆਸਟ੍ਰੇਲੀਆ ਭਰ ਵਿੱਚ ਕੋਈ ਵੀ ਵਿਅਕਤੀ ਜਿਸਨੇ ਪੰਜਾਬੀ ਦੇ ਲਈ ਕੁਝ ਨਾ ਕੁਝ ਕੀਤਾ, ਅਸੀਂ ਉਸ ਦਾ ਮਾਣ ਸਨਮਾਨ ਕਰਦੇ ਹਾਂ, ਸੱਦਦੇ ਹਾਂ। ਤੇ ਪ੍ਰਭਜੋਤ ਜੀ ਹੋਣਾ ਨਾਲ ਸਾਡਾ ਬਹੁਤ ਨੇੜਲਾ ਰਿਸ਼ਤਾ ਹੈ ਤੇ ਬਹੁਤ ਸਾਨੂੰ ਸਹਿਯੋਗ ਦਿੰਦੇ ਨੇ ਫਰਮ ਟਾਈਮ ਟੂ ਟਾਈਮ। ਤੇ ਹੁਣ ਤੱਕ ਅਸੀਂ 60 ਤੋਂ ਵੱਧ ਵਿਅਕਤੀਆਂ ਨੂੰ ਸਨਮਾਨਿਤ ਕਰ ਰਹੇ ਹਾਂ ਜਿਹੜੇ ਪੰਜਾਬ ਅਤੇ ਪਾਕਿਸਤਾਨ ਪੰਜਾਬ ਤੋਂ ਆਏ ਹਨ। ਤੇ ਇਸ ਤੋਂ ਇਲਾਵਾ ਅਸੀਂ ਇੱਕ 50 ਸਾਲਾਂ ਦਾ ਸਾਡਾ ਇਪਸਾ ਸੋਵੀਨੀਅਰ ਜਿਹੜਾ ਅਸੀਂ ਕੱਢਿਆ ਹੈ ਸਾਡੀਆਂ ਪ੍ਰਾਪਤੀਆਂ ਦਾ। ਕੀ ਕੀਤਾ, ਤਕਰੀਬਨ ਸਾਡਾ 50 ਸਾਲਾਂ ਦੇ ਵਿੱਚ $83,000 ਜਿਹੜਾ ਕਿ ਅਸੀਂ ਸਾਰਿਆਂ ਨੇ ਕੋਲੋਂ ਹੀ ਖਰਚ ਕੀਤਾ ਤੇ ਸਾਰੇ ਸਮਾਗਮਾਂ ਤੇ ਸਨਮਾਨ ਕਰਦੇ ਰਹੇ ਕਰਦੇ ਰਹੇ ਹਾਂ। ਇਹ ਸਾਡੀਆਂ ਗਤੀਵਿਧੀਆਂ ਤਕਰੀਬਨ ਲਗਾਤਾਰ ਹੁੰਦੀਆਂ ਰਹੀਆਂ ਤੇ ਮੈਨੂੰ ਮਾਣ ਹੈ ਕਿ ਸਭਾ ਦਾ ਬਹੁਤ ਸਾਰਾ ਪ੍ਰਧਾਨ ਰਹਿਣ ਦਾ ਮੈਨੂੰ ਸਬਬ ਮਿਲਿਆ। ਬਹੁਤ ਬਹੁਤ ਧੰਨਵਾਦ। ਮੈਂ ਹੁਣ ਜਿਹੜੀ ਖਬਰ ਤੁਹਾਨੂੰ ਅਸੀਂ ਤਸਵੀਰ ਬਾਹਰ ਦਿਖਾਈ ਹੈ ਝਲਕੀ, ਮੈਨੂੰ ਬੜੀ ਖੁਸ਼ੀ ਹੋਈ ਹੈ ਜਿਹੜੀ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਇਹ ਸਾਹਿਤਕ ਸਭਾਵਾਂ ਕਿ ਬਹੁਤ ਵੱਡਾ ਦੇਸ਼ ਹੈ, ਬਹੁਤ ਸਾਰੀਆਂ ਸਾਹਿਤਕ ਸਭਾਵਾਂ ਨੇ ਜਾਂ ਪੰਜਾਬੀ ਸਭਾਵਾਂ ਨੇ ਜਿਹੜੀਆਂ ਪੰਜਾਬੀ ਵਾਸਤੇ ਕੰਮ ਕਰਦੀਆਂ ਨੇ। ਤੇ ਸੰਧੂ ਸਾਹਿਬ ਤੁਸੀਂ ਦੱਸੋ ਕਿ ਇਹਨਾਂ ਸਾਰੀਆਂ ਸਭਾਵਾਂ ਦਾ ਜੁੜਨ ਦਾ ਕੀ ਸਬਬ ਬਣਿਆ ਤੇ ਤੁਹਾਨੂੰ ਇਹਨਾਂ ਤੋਂ ਕੀ ਹੁਣ ਆਸਾ ਹੈਗੀ ਆ, ਜਾਂ ਜਿਹੜੇ ਤੁਸੀਂ ਪ੍ਰੋਗਰਾਮ ਪਹਿਲਾਂ ਨਹੀਂ ਕਰ ਸਕੇ ਕਿ ਹੋਰ ਕਿਹੜੇ ਨਿਸ਼ਾਨੇ ਹੈਗੇ ਆ ਜਿਹੜੇ ਕਿ ਤੁਸੀਂ ਸਾਰੇ ਰਲ ਕੇ ਇਕੱਠੇ ਕਰਨਾ ਚਾਹੁੰਦੇ ਆ ਸੰਧੂ ਸਾਹਿਬ ਜੀ? ਜੀ ਭਾਜੀ, ਸਾਡੇ ਕੋਲੇ ਇੱਥੇ ਨਾ 4 ਕਿ 5 ਪ੍ਰਮੁੱਖ ਸ਼ਹਿਰ ਨੇ ਜਿਨ੍ਹਾਂ ਚੋਂ ਸਿਡਨੀ, ਮੈਲਬੌਰਨ, ਐਡੀਲੇਡ ਔਰ ਬ੍ਰਿਸਬੇਨ ਔਰ ਪਰਥ, ਇਹ ਸਾਡੇ ਕੋਲੇ 5 ਮੁੱਖ ਸ਼ਹਿਰ ਨੇ। ਤੇ ਇਹਨਾਂ 5 ਸ਼ਹਿਰਾਂ ਦੇ ਵਿੱਚ ਜਿਹੜੇ ਪੰਜਾਬੀ ਸਾਹਿਤ ਦੇ ਵੱਖ-ਵੱਖ ਜਿਹੜੇ ਫੁੱਲ ਆ ਉਹ ਮਹਿਕਾਂ ਖਿਲਾਰ ਰਹੇ ਸੀਗੇ। ਔਰ ਮੈਂ ਕਹੂੰਗਾ ਕਿ ਇਹ ਇਪਸਾ ਨੇ ਪਹਿਲ ਕਦਮੀ ਕੀਤੀ ਕਿ ਕਿਉਂ ਨਾ ਇਹਨਾਂ ਸਾਰੇ ਫੁੱਲਾਂ ਨੂੰ ਇੱਕ ਗੁਲਦਸਤੇ ਦੇ ਵਿੱਚ ਪਰੋ ਲਿਆ ਜਾਵੇ। ਇੱਕ ਗੁਲਦਸਤੇ ਦੇ ਵਿੱਚ ਪਰੋ ਕੇ ਤੇ ਅਸੀਂ ਸਾਰਿਆਂ ਨਾਲ ਸਹਿਯੋਗ ਇਸ ਤਰ੍ਹਾਂ ਬਣਾ ਕੇ ਰੱਖੀਏ ਕਿ ਅਸੀਂ ਥਾਂ ਤੇ ਸਮਾਗਮਾਂ ਦੇ ਵਿੱਚ ਸਾਰੀਆਂ ਸਾਹਿਤ ਸਭਾਵਾਂ ਨੂੰ ਜੋੜ ਕੇ ਤੇ ਇੱਕ ਵਧੀਆ ਢੰਗ ਨਾਲ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦੀ ਜਿਹੜੀ ਆ ਸੇਵਾ ਕਰ ਸਕੀਏ। ਸੋ ਇਸ ਨੂੰ ਮੈਂ ਮਹਿਸੂਸ ਕਰਦਾ, ਮੈਂ ਹਮੇਸ਼ਾ ਕਿਹਾ ਕਰਦਾ ਹਾਂ ਕਿ ਜਿਹੜੀ ਬ੍ਰਿਸਬੇਨ ਸ਼ਹਿਰ ਆ ਉਹ ਇਸ ਵੇਲੇ ਜੇ ਕਹਿ ਲਿਆ ਜਾਵੇ ਕਿ ਆਸਟ੍ਰੇਲੀਆ ਦੇ ਵਿੱਚ ਸਾਹਿਤਕ ਗਤੀਵਿਧੀਆਂ ਦੀ ਰਾਜਧਾਨੀ ਆ ਤਾਂ ਕੋਈ ਇਹ ਅਤਕਥਨੀ ਨਹੀਂ ਹੋਏਗੀ, ਕਿਉਂਕਿ ਸਭ ਤੋਂ ਵੱਧ ਗਤੀਵਿਧੀਆਂ ਜਿਹੜੀਆਂ ਨੇ ਉਹ ਬ੍ਰਿਸਬੇਨ ਦੇ ਵਿੱਚ ਹੋ ਰਹੀਆਂ ਨੇ। ਸਾਡੇ ਪਿਛਲੇ ਸਰਬਜੀਤ ਸਿੰਘ ਸੋਹੀ ਜਿਹੜੇ ਆਏ ਨੇ ਔਰ ਜਿਹੜਾ ਸਰਜੀਤ ਸੰਧੂ ਆ, ਹਰਮਨਜੀਤ ਆ ਚਿੜਕ ਤੋਂ, ਔਰ ਭਾਜੀ ਹਲਵਾਰਵੀ ਸਾਹਿਬ ਨੇ, ਇਸ ਤੋਂ ਇਲਾਵਾ ਮਨਜੀਤ ਬੋਪਰ ਆਏ ਆ। ਇਹ ਸਾਰੇ ਉਹ ਪਰਿਵਾਰ ਨੇ ਜਿਹੜੇ ਪੰਜਾਬੀ ਨਾਲ ਇੰਜ ਕਹਿ ਲਓ ਤੁਸੀਂ ਵੀ ਇਹਨਾਂ ਦੇ ਖੂਨ ਦੇ ਕਤਰੇ ਕਤਰੇ ਦੇ ਵਿੱਚ ਪੰਜਾਬੀ ਜਿਹੜੀ ਆ ਉਹ ਝਲਕਦੀ ਆ ਔਰ ਉਹਦੇ ਵਿੱਚ ਲੁਕੀ ਹੋਈ ਆ। ਹਰ ਵੇਲੇ, ਹਰ ਘੜੀ, ਹਰ ਪਲ ਇਹ ਪੰਜਾਬੀ ਦੀ ਬਿਹਤਰੀ ਵਾਸਤੇ ਸੋਚਦੇ ਨੇ। ਸੋ ਜਿਹੜੀਆਂ ਸਾਡੀਆਂ ਮੈਲਬੌਰਨ ਦੀਆਂ ਸੰਸਥਾਵਾਂ ਸੀਗੀਆਂ, ਊਰਜਾ ਫਾਊਂਡੇਸ਼ਨ, ਪੰਜਾਬੀ ਸੱਥ, ਸੱਭਿਆਚਾਰਕ ਸੱਥ, ਇਹਨਾਂ ਸਾਰੀਆਂ ਸੰਸਥਾਵਾਂ ਨੇ ਬੜੀ ਖੁਸ਼ੀ ਨਾਲ ਇਸ ਗੁਲਦਸਤੇ ਦੇ ਵਿੱਚ ਸ਼ਾਮਲ ਹੋਣਾ ਮੰਨਿਆ। ਔਰ ਅਜੇ ਹੁਣੇ ਜੇ ਪੰਜਾਬੀ ਸੱਥ ਵੱਲੋਂ ਮੈਲਬੌਰਨ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਰਚਾਇਆ ਗਿਆ ਜਿਹਦੇ ਵਿੱਚ ਸਾਡੀਆਂ ਲੋਕ ਕਲਾਵਾਂ, ਲੋਕ ਸਾਜ਼ ਔਰ ਸਾਹਿਤ, ਇਹਦੇ ਨਾਲ ਜੁੜੇ ਹੋਏ ਨਿੱਕੇ ਨਿੱਕੇ ਬੱਚੇ ਜਿਹੜੇ ਆ ਉਹਨਾਂ ਸਾਰਿਆਂ ਨੂੰ ਨਾਲ ਸ਼ਾਮਲ ਕੀਤਾ ਗਿਆ। ਮੈਂ ਹੈਰਾਨ ਸਾਂ ਕਿ ਲੋਕ ਸਾਜ਼ਾਂ ਨੂੰ ਵਜਾਉਣ ਵਾਲੇ ਨਿੱਕੇ ਨਿੱਕੇ ਬੱਚੇ ਕਮਾਲ ਕਰੀ ਜਾਂਦੇ ਸੀਗੇ। ਉਹਨਾਂ ਨੇ ਉਸ ਸਮਾਗਮ ਦੇ ਵਿੱਚ ਆਪਣੇ ਜਿਹੜੇ ਜਿਹਨੂੰ ਕਹ ਲਓ ਵੀ ਕਲਾ ਦੇ ਨਮੂਨੇ ਵਿਖਾਏ। ਕਵਿਤਾਵਾਂ ਤੋਂ ਇਲਾਵਾ ਜਿਹੜਾ ਆ ਆਪਣਾ ਵਿਚਾਰ ਚਰਚਾ ਔਰ ਜਿਹਨੂੰ ਕਹ ਲਓ ਕਿ ਸੈਮੀਨਾਰ ਵਾਂਗੂ ਸਾਡੇ ਜਿਹੜੇ ਇਸ ਜਿਹੜੀਆਂ ਗੁਲਦਸਤਾ ਜਿਹੜਾ 12 ਜਿਹੜੀਆਂ ਸੰਸਥਾਵਾਂ ਦਾ ਗੁਲਦਸਤਾ ਬਣਿਆ ਆ ਉਹ ਥਾਂ ਦੇ ਉੱਤੇ ਸਮੇਂ ਦੇ ਉੱਤੇ ਇਹ ਵਿਚਾਰ ਗੋਸ਼ਟੀਆਂ ਵੀ ਕਰਾਉਂਦਾ ਆ ਔਰ ਜਿਹੜੇ ਸੱਭਿਆਚਾਰਕ ਸਮਾਗਮ ਆ ਉਹ ਵੀ ਰਚਾਉਂਦਾ ਆ। ਔਰ ਸਾਨੂੰ ਮਤਲਬ ਇੰਝ ਮਹਿਸੂਸ ਹੁੰਦਾ ਆ ਕਿ ਅਸੀਂ ਸਾਰੇ ਹੀ ਇੱਕ ਤਰ੍ਹਾਂ ਨਾਲ ਇੱਕੋ ਮਾਂ ਦੇ ਪੇਟੋਂ ਜਾਏ ਹੋਏ ਆ ਔਰ ਸੱਚੀ ਮੁੱਚੀ ਪੰਜਾਬੀ ਮਾਂ ਬੋਲੀ ਸਾਡੀ ਜਿਹੜੀ ਆ ਸਾਡੀ ਇੱਕ ਤਰ੍ਹਾਂ ਨਾਲ ਮਾਂ ਹੀ ਆ। ਉਹਦੇ ਕਰਕੇ ਅਸੀਂ ਜੁੜੇ ਹੋਏ ਆ ਕਿਉਂਕਿ ਸਾਡੇ ਸਾਰਿਆਂ ਦੇ ਬੁੱਲਾਂ ਨੂੰ ਪੰਜਾਬੀ ਮਾਂ ਬੋਲੀ ਲੱਗੀ ਹੋਈ ਆ। ਉਹਦੇ ਕਰਕੇ ਅਸੀਂ ਸਾਰੇ ਇੱਕ ਦੂਸਰੇ ਨਾਲ ਇੱਕ ਮਾਂ ਦੇ ਪੇਟੋਂ ਜਾਏ ਬੱਚਿਆਂ ਵਾਂਗੂ, ਭੈਣ ਭਰਾਵਾਂ ਵਾਂਗ ਰਲ ਮਿਲ ਕੇ ਰਹਿੰਦੇ ਆ। ਮਾੜਾ ਜਿਹਾ ਕੋਈ ਕਿਸੇ ਵੀ ਭੈਣ ਭਰਾ ਨੂੰ ਸਾਹਿਤ ਨਾਲ ਜੁੜੇ ਹੋਏ ਨੂੰ ਕੋਈ ਵੀ ਦੁੱਖ ਸੁੱਖ ਹੁੰਦਾ ਸਾਰੇ ਭੱਜ ਕੇ ਉਹਦੇ ਵਿੱਚ ਸ਼ਾਮਲ ਹੁੰਦੇ ਨੇ। ਪੰਜਾਬ ਤੋਂ ਕੋਈ ਵੀ ਸਾਹਿਤ ਨਾਲ ਜੁੜੀ ਹੋਈ ਹਸਤੀ ਆਉਂਦੀ ਆ ਸਾਰਿਆਂ ਨੂੰ ਚਾਅ ਚੜ ਜਾਂਦਾ
ਜੀ। ਸਾਰੇ ਮੈਲਬੌਰਨ ਸ਼ਹਿਰ ਵਾਲੇ ਆਪਣਾ ਸਮਾਗਮ ਰਚਾਉਂਦੇ ਆ, ਅਸੀਂ ਆਪਣਾ ਰਚਾਉਂਦੇ ਆ, ਬ੍ਰਿਸਬੇਨ ਵਾਲੇ ਆਪਣਾ ਰਚਾਉਂਦੇ ਆ, ਬਾਹਰੋਂ ਆਇਆ ਪ੍ਰਾਹੁਣਾ ਵੀ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦਾ ਆ। ਔਰ ਇਸ ਵੇਲੇ ਅਸੀਂ ਸਮਝਦੇ ਹਾਂ ਕਿ ਪੰਜਾਬੀ ਜਿਹੜੀ ਆ ਉਹਨੂੰ ਪ੍ਰਫੁੱਲਤ ਕਰਨ ਦੇ ਵਿੱਚ ਇਹ ਸਾਰੀਆਂ ਸੰਸਥਾਵਾਂ ਭਰਵਾਂ ਯੋਗਦਾਨ ਪਾ ਰਹੀਆਂ ਨੇ। ਬਹੁਤ 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 ਧੰਨਵਾਦ ਤੁਹਾਡਾ। ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਖਿਆਲ ਤੁਹਾਨੂੰ, ਜਿਵੇਂ ਕਿ ਤੁਸੀਂ ਕਿਹਾ ਕਿ ਮੂੰਹ ਨੂੰ ਸਾਡੇ ਸਾਰੇ ਪੰਜਾਬੀਆਂ ਨੂੰ ਪੰਜਾਬੀ ਦੀ ਗੁੜਤੀ ਲੱਗੀ ਹੋਈ ਹੈ, ਤਾਂ ਹੀ ਤੁਹਾਨੂੰ ਸਿੱਖ ਚੱਲ ਨੇ ਐਡੀ ਦੂਰੋਂ ਲੱਭ ਲਿਆ ਕਿ ਆਸਟ੍ਰੇਲੀਆ ਵਿੱਚ ਜਿਹੜੀ ਤੁਹਾਡੀ ਮਹਿਕ ਹੈ, ਸਾਨੂੰ ਐਡੀ ਦੂਰੋਂ ਬੈਠਿਆਂ ਨੂੰ ਤੁਹਾਡੀ ਮਹਿਕ ਆਈ। ਅਸੀਂ ਤੁਹਾਡੀ ਮਹਿਕ ਨੂੰ ਇਸ ਵੇਲੇ ਦੁਨੀਆ ਦੀ ਮਹਿਕ ਦੇ ਵਿੱਚ ਰਲਾ ਰਹੇ ਹਾਂ। ਜਿੱਥੇ ਕਿ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਪਾਕਿਸਤਾਨ ਦੇ ਵਿੱਚ ਅਖਤਰ ਸੰਧੂ ਜੀ ਨਾਲ ਅਸੀਂ ਗੱਲ ਕਰਨ ਵਾਲੇ ਹਾਂ, ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਾਧੂ ਬਿੰਗ ਜੀ ਹਨ, ਸੁਖੀ ਬਾਠ ਜੀ ਹਨ, ਬਹੁਤ ਸਾਰੇ ਹੋਰ ਜਿਹੜੇ ਪੰਜਾਬੀ ਦੇ ਅਦੀਬ ਨੇ। ਤੇ ਅਸੀਂ ਦੱਸੋ ਕਿ ਤੁਸੀਂ ਦਲਬੀਰ ਜੀ, ਜਿਹੜਾ ਸਾਡਾ ਭਵਿੱਖ ਆ ਪੰਜਾਬੀ ਦਾ, ਕਿ ਅਸੀਂ ਸਾਜ਼ਾਂ ਤੱਕ ਨਾ ਰਹਿ ਜਾਈਏ, ਅਸੀਂ ਕਵਿਤਾਵਾਂ ਤੱਕ ਨਾ ਰਹਿ ਜਾਈਏ, ਜਿਹੜਾ ਬੱਚਿਆਂ ਨੂੰ ਅਸੀਂ ਜਿਹੜੀ ਤਕਨੀਕੀ ਜਿਹੜਾ ਹੁਨਰ ਹੈਗਾ ਜਾਂ ਕੰਪਿਊਟਰ ਦੇ ਉੱਤੇ ਜਿਹੜਾ ਵਿਗਿਆਨੀਕਰਨ ਹੈਗਾ, ਪੰਜਾਬੀ ਭਾਸ਼ਾ ਦਾ ਮਿਆਰੀਕਰਨ ਹੈਗਾ, ਬੱਚਿਆਂ ਨੂੰ ਦਲਬੀਰ ਜੀ ਪੰਜਾਬੀ ਦੇ ਨਾਲ ਜੋੜਨਾ ਕਿਉਂ ਜ਼ਰੂਰੀ ਆ? ਤੁਸੀਂ ਕੀ ਸਮਝਦੇ ਆ ਤੇ ਤੁਸੀਂ ਹੁਣ ਤੱਕ ਇਹਦੇ ਵਾਸਤੇ ਕੀ ਯਤਨ ਕੀਤੇ ਆ ਦਲਬੀਰ ਜੀ? ਜੀ, ਇੱਥੇ ਤਕਰੀਬਨ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪੰਜਾਬੀ ਸਕੂਲ ਚੱਲ ਰਹੇ ਨੇ, ਪਰ ਉਹ ਤੇ ਸਿਰਫ ਉਹ ਪੁਰਾਣੇ ਤਰੀਕੇ ਨਾਲ ਊੜਾ ਊਠ ਭੱਬਾ ਭਾਈ, ਤੇ ਕਿਉਂਕਿ ਬੱਚੇ ਸਕੂਲਾਂ ਦੇ ਵਿੱਚ ਕੰਪਿਊਟਰ ਤੇ ਪੜ੍ਹਦੇ ਨੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਬਾਰੇ। ਜਿਹੜੀ ਕਿ ਪਟਿਆਲਾ ਯੂਨੀਵਰਸਿਟੀ ਹੈ, ਉਹਨਾਂ ਨੇ ਇੱਕ ਅੱਖਰ ਨਾਂ ਦਾ ਪ੍ਰੋਗਰਾਮ ਤਿਆਰ ਕੀਤਾ ਸੀ ਬੱਚਿਆਂ ਲਈ ਸਕੂਲ ਦੇ ਵਿੱਚ ਯੂਜ਼ ਕਰਨ ਵਾਸਤੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਉਹਦੇ ਰਾਹੀਂ, ਜਿਸ ਤਰ੍ਹਾਂ ਬੱਚੇ ਆਪਣੇ ਸਕੂਲਾਂ ਦੇ ਵਿੱਚ ਪੜ੍ਹਦੇ ਆ, ਉਸ ਤਰ੍ਹਾਂ ਕੰਪਿਊਟਰ ਤੇ ਪੰਜਾਬੀ ਸਿੱਖਣ, ਪੰਜਾਬੀ ਬੋਲਣ, ਤੇ ਉਸ ਨਾਲ ਪਤਾ ਲੱਗੇ। ਬਹੁਤ ਵਧੀਆ, ਕਿਉਂਕਿ ਇੱਥੇ ਵੀ ਪੰਜਾਬੀ ਵਿਕਾਸ ਮੰਚ ਦਾ ਬੜਾ ਤਜਰਬਾ ਰਿਹਾ। ਪੰਜਾਬੀ ਯੂਨੀਵਰਸਿਟੀ ਦੇ ਨਾਲ ਪਿਛਲੇ 5-6 ਸਾਲ ਤੋਂ ਜੁੜੇ ਆ, ਔਰ ਤੁਹਾਨੂੰ ਪਤਾ ਹੈ ਕਿ ਬਰਤਾਨੀਆ ਦੇ ਵਿੱਚ ਜਿਹੜਾ ਭਾਰਤ ਦੀ ਸੀਡੈਕ ਜਿਹੜੀ ਕੰਪਨੀ ਆ, ਜਿਨ੍ਹਾਂ ਨੇ ਕੀਬੋਰਡ ਤਿਆਰ ਕੀਤਾ, ਜਿਹੜਾ ਕਿ ਮਾਈਕਰੋਸਾਫਟ ਨੇ ਵੀ ਅਡਾਪਟ ਕਰ ਲਿਆ, ਐਪਲ ਨੇ ਵੀ ਉਹਨੂੰ ਵਰਤਣਾ ਸ਼ੁਰੂ ਕਰ ਦਿੱਤਾ। ਉਹਦਾ ਜਿਹੜਾ ਫਿਜ਼ੀਕਲ ਕੀਬੋਰਡ ਜਿਹੜਾ ਤੁਸੀਂ ਵਰਤ ਸਕਦੇ ਆ, ਉਹ ਬਰਤਾਨੀਆ ਵਿੱਚ ਤਿਆਰ ਕਰਕੇ ਲਾਂਚ ਕੀਤਾ ਗਿਆ। ਉਹਦੀ ਇੱਥੇ ਪੰਜਾਬੀ ਸਕੂਲਾਂ ਦੇ ਵਿੱਚ ਜਿਹੜੀ ਮੁਫਤ ਸਿਖਲਾਈ ਦਿੱਤੀ ਜਾਂਦੀ ਆ। ਸੰਧੂ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਬੱਚਿਆਂ ਦੀ ਪੰਜਾਬੀ ਪੜ੍ਹਾਈ ਦੇ ਵਿਸ਼ੇ ਬਾਰੇ? ਜੀ ਸੰਧੂ ਸਾਹਿਬ ਜੀ। ਜੀ ਭਾਜੀ, ਦੇਖੋ, ਆਹ ਤਾਂ ਮੇਰੇ ਵਾਸਤੇ ਬੜੀ ਨਿਵੇਕਲੀ ਗੱਲ ਆ ਕਿ ਜਿਹੜਾ ਪੰਜਾਬੀ ਦਾ ਡੈਡੀਕੇਟਡ ਹਾਰਡਵੇਅਰ ਵਾਲਾ ਜਿਹੜਾ ਕੀਬੋਰਡ ਜੇ ਬਣ ਗਿਆ ਹੋਇਆ ਆ, ਤਾਂ ਇਹ ਤਾਂ ਬਹੁਤ ਬੇहद ਖੁਸ਼ੀ ਵਾਲੀ ਗੱਲ ਆ। ਕਿਉਂਕਿ ਫਿਲਹਾਲ ਤਾਂ ਅਸੀਂ ਅਨਮੋਲ ਲਿਪੀ ਤੇ ਹੋਰ ਜਿਹੜੀਆਂ ਫੌਂਟਸ ਨੇ, ਉਹ ਜਿਹੜੇ ਅੰਗਰੇਜ਼ੀ ਵਾਲੇ ਕੀਬੋਰਡ ਦੇ ਉੱਤੋਂ ਹੀ ਏ ਤੋਂ ਐੜਾ ਤੇ ਏ ਤੋਂ ਊੜਾ ਬਣਾ ਕੇ ਅਸੀਂ ਯੂਜ਼ ਕਰਦੇ ਸਾਂ। ਤੇ ਇਹ ਮੈਂ ਤੁਹਾਨੂੰ ਇੱਕ ਇਹਦੇ 'ਚ ਹੋਰ ਐਡ ਕਰਨਾ ਚਾਹੁੰਦਾ ਸੀ ਕਿ ਸਾਡੇ ਕੋਲ ਜਨਮੇਜਾ ਸਿੰਘ ਜੌਲ ਹੁਣੀ ਆਏ ਸੀਗੇ, ਉਹਨਾਂ ਦਾ ਵੀ ਪੰਜਾਬੀ ਫੌਂਟਸ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਉਹ ਇਸ ਕੰਮ ਵਾਸਤੇ ਮੁਫਤ ਸੇਵਾਵਾਂ ਕਰਦੇ ਨੇ। ਮੇਰੇ ਕੋਲ ਉਹ ਸੈਂਕੜੇ ਸੀਡੀਜ਼ ਜਿਹੜੀਆਂ ਨੇ ਵੱਖ-ਵੱਖ ਫੌਂਟਸ ਵਾਲੀਆਂ, ਕਰੀਬ 100 ਤੋਂ ਵੱਧ ਫੌਂਟਸ ਨੇ ਜਿਹੜੀਆਂ ਉਹਦੇ ਵਿੱਚ ਜੁੜੀਆਂ ਹੋਈਆਂ ਨੇ, ਉਹ ਫ੍ਰੀ ਵੰਡਣ ਵਾਸਤੇ ਦੇ ਗਏ ਸੀਗੇ। ਔਰ ਮੈਂ ਜਿੱਥੇ ਕਿਤੇ ਵੀ ਕੋਈ ਹੁੰਗਾਰਾ ਮਿਲਦਾ ਆ, ਉੱਥੇ ਮੈਂ ਆਪਣੇ ਖਰਚੇ ਦੇ ਉੱਤੇ ਉਹ ਸੀਡੀ ਉਹਨਾਂ ਦੇ ਘਰੋਂ ਘਰ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਆ। ਪਰ ਜਿਵੇਂ ਦੱਸਿਆ ਦਲਬੀਰ ਜੀ ਨੇ ਕਿ ਅਜੋਕੇ ਸਮੇਂ ਦੇ ਵਿੱਚ ਸਾਨੂੰ ਸਮੇਂ ਦੇ ਨਾਲ ਨਾਲ ਚੱਲਦਿਆਂ ਹੋਇਆਂ ਬੱਚਿਆਂ ਦੀਆਂ ਰੁਚੀਆਂ ਦੇ ਮੁਤਾਬਕ ਉਹ ਜਿਹੜੇ ਸੌਫਟਵੇਅਰ ਜਾਂ ਰੌਚਕ ਢੰਗ ਨਾਲ ਪੰਜਾਬੀ ਸਿਖਾਉਣ ਦਾ ਜਿਹੜਾ ਉਹ ਪ੍ਰੋਗਰਾਮ ਜਿਹੜਾ ਉਹ ਬਣਾਉਣਾ ਚਾਹੀਦਾ ਆ, ਜਿਹਦੇ ਨਾਲ, ਜਿਵੇਂ ਕਿ ਮੈਂ ਪਿਛਲੇ ਦਿਨ ਹੀ ਉਹਨਾਂ ਨੂੰ ਜੌਲ ਸਾਹਿਬ ਨੂੰ ਇੱਕ ਸੁਝਾਅ ਵੀ ਦਿੱਤਾ ਸੀਗਾ ਕਿ ਸਾਡੇ ਬੱਚੇ ਜਿਹੜੇ ਨੇ ਜਿਵੇਂ ਅੰਗਰੇਜ਼ੀ ਸਿੱਖਦੇ ਨੇ ਇੱਥੇ, ਉਸੇ ਤਰ੍ਹਾਂ ਹੀ ਜੇ ਕੋਈ ਪੰਜਾਬੀ ਆ, ਜੇ ਹੁਣ ਜਿੱਦਾਂ ਕੋਈ ਸਲੇਟ ਇਸ ਤਰ੍ਹਾਂ ਦੀ ਹੋਵੇ ਜਿਹਦੇ ਉੱਤੇ ਜਿੱਦਾਂ ਸਾਨੂੰ ਉਹਨਾਂ ਨੇ ਪੂਰਨੇ ਪਾਏ ਹੁੰਦੇ ਸੀਗੇ, ਤੇ ਪੂਰਨੇ ਪਾਉਣ ਤੋਂ ਬਾਅਦ ਅਸੀਂ ਉਹਦੇ ਉੱਤੇ ਆਪਣੇ ਕਲਮ ਨਾਲ ਅਸੀਂ ਉਹ ਊੜਾ ਪਾਉਂਦੇ ਸਾਂ। ਇਸ ਤਰ੍ਹਾਂ ਦੇ ਕੁਝ ਇਸ ਤਰ੍ਹਾਂ ਦੇ ਇਲੈਕਟ੍ਰੋਨਿਕ ਡਿਜੀਟਲ ਹੋਣ ਜਿਹਦੇ ਤੇ ਅਸੀਂ ਪੂਰਨੇ ਪਾ ਕੇ ਜਦੋਂ ਊੜਾ ਬਣਦਾ ਆ ਤੇ ਅਚਾਨਕ ਥੱਲਿਓਂ ਕੋਈ ਕਾਰਟੂਨ ਆਰਟਿਸਟ ਆਣ ਕੇ ਤਾੜੀਆਂ ਮਾਰਨ ਲੱਗ ਪਏ ਤੇ ਬੱਚੇ ਨੂੰ ਖੁਸ਼ੀ ਹੋਵੇ ਕਿ ਹਾਂ, ਮੈਂ ਜੇ ਪੂਰਾ ਕਰੂੰਗਾ ਤੇ ਮੇਰੇ ਇੱਥੇ ਆਉਣਗੇ। ਸੋ ਆਪਾਂ ਨੂੰ ਅਜੋਕੇ ਯੁੱਗ ਨਾਲ ਜੋੜ ਕੇ ਅਸੀਂ ਤਾਂ ਬੱਚਿਆਂ ਨੂੰ ਜੋੜ ਸਕਦੇ ਹਾਂ, ਊੜਾ ਊਠ ਨਾਲ ਨਹੀਂ ਜੋੜਿਆ ਜਾਣਾ ਆਪਣੇ ਤੋਂ। ਬਹੁਤ ਵਧੀਆ। ਮੈਂ ਤੁਹਾਨੂੰ ਥੋੜੀ ਜਿਹੀ ਸੰਖੇਪ ਚ ਕਹਿਣਾ ਚਾਹੁੰਦਾ ਕਿ ਪਿਛਲੀ ਵਾਰ ਜਦੋਂ ਅਸੀਂ ਕਰੋਨਾ ਤੋਂ ਪਹਿਲਾਂ ਭਾਰਤ ਗਏ ਸੀ, ਜਨਮੇਜਾ ਜੌਲ ਜੀ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਗਏ ਸੀ। ਪੰਜਾਬੀ ਯੂਨੀਵਰਸਿਟੀ ਦੇ ਜਿਹੜਾ ਕੰਪਿਊਟਰ ਵਿਭਾਗ ਹੈ, ਉਹਨਾਂ ਦੇ ਨਾਲ ਸਾਡੀ ਜਿਹੜੀ ਗੱਲਬਾਤ ਕੀਤੀ ਆ, ਉਹਨੂੰ ਤੁਹਾਡੀ ਜਿਹੜੀ ਸਾਡੀ ਮੁਲਾਕਾਤ ਅਸੀਂ ਸਿੱਖ ਚੈਨਲ ਦੇ ਉੱਤੇ ਦਿਖਾਈ ਸੀ, ਉਹ ਵੀ ਤੁਹਾਨੂੰ ਅਸੀਂ ਪੇਸ਼ ਕਰਾਂਗੇ। ਤੇ ਹੁਣ ਕਿਉਂਕਿ ਅੱਜ ਸਾਡੇ ਕੋਲ ਸਮਾਂ ਨਹੀਂ ਬਹੁਤੀਆਂ ਗੱਲਾਂ ਕਰਨ ਦਾ, ਕਿਉਂਕਿ ਹੁਣ ਮਾਂ ਬੋਲੀ ਦਿਹਾੜਾ ਆ ਹਫਤਾ ਅਸੀਂ ਮਨਾ ਰਹੇ ਹਾਂ। ਤੁਸੀਂ ਦੱਸੋ ਕਿ ਇਹ ਜਿਹੜਾ ਮਾਂ ਬੋਲੀ ਦਿਹਾੜਾ ਹੈ, ਤੁਸੀਂ ਪਿਛਲੇ ਸਮਿਆਂ 'ਚ ਕਿਵੇਂ ਮਨਾਇਆ? ਮੇਰੇ ਖਿਆਲ 2 ਸਾਲ ਤੱਕ ਕਰੋਨੇ ਦੀ ਮਾਰ ਪੈ ਗਈ ਆ, ਤੇ ਉਸ ਤੋਂ ਪਹਿਲਾਂ ਤੁਸੀਂ ਕਿੱਦਾਂ ਮਨਾਉਂਦੇ ਸੀ?
ਜਾਂ ਇਸ ਵਾਰ ਤੁਸੀਂ ਕਿੱਦਾਂ ਬਣਾਉਣ ਦਾ ਪਲਾਨ ਕੀਤਾ, ਪ੍ਰੋਗਰਾਮ ਬਣਾਇਆ ਤੁਸੀਂ ਦਲਵੀਰ ਜੀ? ਹਾਂਜੀ, ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਪਰਿਵਾਰ ਇਕੱਠੇ ਹੋਣ ਅਤੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਤੇ ਉਹਨਾਂ ਨੂੰ ਦੱਸੀਏ ਕਿ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਕੀ ਹੈ। ਮਾਂ ਬੋਲੀ ਜੇ ਭੁੱਲ ਜਾਓਗੇ, ਅੱਖਾਂ ਵਾਂਗੂ ਰੁੱਲ ਜਾਓਗੇ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ, ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢ ਤੋਂ ਇਸ ਉਮੰਗ ਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਸ਼ਰਮ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਅਸੀਂ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਇਨਕਰੇਜ ਕਰੀਦਾ, ਕੋਸ਼ਿਸ਼ ਕਰੀਦੀ ਹੈ ਕਿ ਪੰਜਾਬੀ ਪੜ੍ਹੋ। ਮੈਂ ਗੁਰਦੁਆਰਾ ਸਾਹਿਬ ਵਿਖੇ ਵੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਸੇ ਤੁਸੀਂ ਜਿੰਨੇ ਮਰਜ਼ੀ ਤਰਜਮੇ ਪੜ੍ਹ ਲਓ ਬਾਕੀ ਭਾਸ਼ਾਵਾਂ ਵਿੱਚ, ਪਰ ਜਿੰਨਾ ਚਿਰ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਉਸ ਨੂੰ ਨਹੀਂ ਪੜ੍ਹਦੇ, ਤੁਹਾਨੂੰ ਉਸ ਦੀ ਚੰਗੀ ਤਰ੍ਹਾਂ ਸਮਝ ਨਹੀਂ ਲੱਗੇਗੀ। ਸੋ ਇਸ ਕਰਕੇ ਮੈਂ ਕਹਿੰਦਾ ਹੁਣ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਓ, ਮਾਂ ਬੋਲੀ ਦੇ ਨਾਲ ਜੋੜੋ। ਅਸੀਂ ਕੋਸ਼ਿਸ਼ਾਂ ਕਰਦੇ ਆ ਰਹੇ ਹਾਂ ਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਰਵਾਂਗੇ। ਤੇ ਇਸ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਬਲਦੇਵ ਕੰਦੋਲਾ ਜੀ, ਤੁਹਾਡੇ ਬੜੇ ਪਿਆਰੇ ਮਿੱਤਰ, ਸਭ ਤੋਂ ਪਹਿਲਾਂ ਪੰਜਾਬੀ ਦੇ ਫੌਂਟਸ ਜੇ ਮੈਨੂੰ ਯਾਦ ਹੈ ਤੇ ਉਹਨਾਂ ਨੇ ਤਿਆਰ ਕੀਤੇ ਸੀ। ਤੇ ਉਹ ਪੰਜਾਬੀ ਮਾਂ ਬੋਲੀ ਲਈ ਅੱਜਕੱਲ ਕੀ ਕਰ ਰਹੇ ਆ, ਬੱਚਿਆਂ ਦੇ ਕੁਝ ਪ੍ਰੋਗਰਾਮ ਉਹਨਾਂ ਨੇ ਵੀ ਤਿਆਰ ਕੀਤੇ ਨੇ। ਉਹਨਾਂ ਨੇ ਮੈਂ ਜੇ ਦੱਸਦਾ ਆਪਣੇ ਦਰਸ਼ਕਾਂ ਨੂੰ, ਉਹਨਾਂ ਨੇ 1980 ਦੇ ਵਿੱਚ ਪਹਿਲੀ ਵਾਰ BBC ਦੇ ਨਾਲ ਉਹਨਾਂ ਨੇ ਪੰਜਾਬੀ ਦਾ ਪ੍ਰੋਗਰਾਮ ਤਿਆਰ ਕੀਤਾ, ਸੌਫਟਵੇਅਰ ਤਿਆਰ ਕੀਤਾ। ਕਿ ਸਾਡੇ ਕੋਲ ਸਮਾਂ ਬੜਾ ਥੋੜਾ ਰਹਿ ਗਿਆ, ਮੈਂ ਅਖੀਰ ਦੇ ਵਿੱਚ ਸੰਧੂ ਜੀ ਵੱਲ ਜਾਵਾਂਗਾ। ਸੰਧੂ ਜੀ, ਤੁਸੀਂ ਦੱਸੋ ਕਿ ਆ ਜਿਹੜਾ ਹੁਣ ਮਾਂ ਬੋਲੀ ਦਿਹਾੜਾ, ਦੁਨੀਆ ਦੇ ਦੇਸ਼ ਵਿਦੇਸ਼ ਦੇ ਪੰਜਾਬੀਆਂ ਨੂੰ ਆਪਣੀ ਆਸਟ੍ਰੇਲੀਆ ਦੀਆਂ ਸਾਰੀਆਂ ਸਭਾਵਾਂ ਦੇ ਵੱਲੋਂ ਕੀ ਸੁਨੇਹਾ ਦੇਣਾ ਚਾਹੁੰਦੇ ਆ, ਸੰਧੂ ਸਾਹਿਬ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇਣੀ ਚਾਹਾਂਗੇ ਅਸੀਂ ਸਾਰੀਆਂ ਸੰਸਥਾਵਾਂ ਵੱਲੋਂ ਸੰਸਾਰ ਭਰ ਵਿੱਚ ਬੈਠੇ ਪੰਜਾਬੀਆਂ ਨੂੰ, ਔਰ ਅਸੀਂ ਇਹ ਸ਼ੁਭ ਕਾਮਨਾਵਾਂ ਦੇਵਾਂਗੇ ਕਿ ਇਹ ਸਾਡੀ ਪੰਜਾਬੀ ਬੋਲੀ ਜਿਹੜੀ ਆ ਵੱਧ ਤੋਂ ਵੱਧ ਪ੍ਰਫੁੱਲਤ ਹੋਵੇ, ਵਿਕਾਸ ਕਰੇ, ਔਰ ਇਹਦਾ ਜਿਹੜਾ ਪਸਾਰ ਸਾਰੇ ਸੰਸਾਰ ਦੇ ਵਿੱਚ ਹੋਵੇ। ਅਸੀਂ ਮਾਂ ਬੋਲੀ ਕਹਿੰਦੇ ਆ, ਪਰ ਸਾਨੂੰ ਇਹ ਕੋਸ਼ਿਸ਼ ਕਰਨੀ ਪਏਗੀ ਕਿ ਜਿਹੜੀਆਂ ਸਾਡੀਆਂ ਭਵਿੱਖ ਦੀਆਂ ਮਾਵਾਂ, ਸਾਡੀਆਂ ਧੀਆਂ ਨੇ, ਉਹ ਪੰਜਾਬੀ ਜ਼ਰੂਰ ਸਿੱਖਣ। ਜੇ ਉਹ ਆਪਣੇ ਬੱਚਿਆਂ ਦੇ ਬੁੱਲਾਂ ਤੇ ਪੰਜਾਬੀ ਦੇ ਅੱਖਰ ਰੱਖਣਗੀਆਂ ਤੇ ਤਾਂ ਹੀ ਪੰਜਾਬੀ ਦਾ ਪਸਾਰਾ ਹੋਏਗਾ। ਸੋ ਸਾਡਾ ਜਿਹੜਾ ਉਹਨਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ, ਕਿਉਂਕਿ ਜਿਹੜੀ ਮਾਂ ਦੇ ਮੂੰਹੋਂ ਬੋਲੀ ਨਿਕਲਣੀ ਆ, ਬੱਚੇ ਨੇ ਉਸੇ ਨੂੰ ਗ੍ਰਹਿਣ ਕਰਨਾ ਹੈ। ਤੇ ਜੇ ਮਾਵਾਂ ਪੰਜਾਬੀ ਤੋਂ ਮੁੱਖ ਮੋੜ ਲੈਣਗੀਆਂ ਤਾਂ ਫਿਰ ਅਸੀਂ ਪੰਜਾਬੀ ਮਾਂ ਬੋਲੀ ਨੂੰ ਜ਼ਿਆਦਾ ਚਿਰ ਜਿਉਂਦਾ ਨਹੀਂ ਰੱਖ ਸਕਾਂਗੇ। ਔਰ ਸਾਡੀਆਂ ਧੀਆਂ ਦੇ ਸਾਨੂੰ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਆ। ਤੇ ਬਾਕੀ ਸਾਰਿਆਂ ਨੂੰ ਵੀ, ਸਾਰਿਆਂ ਨੂੰ, ਸੰਸਾਰ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਇਹੀ ਬੇਨਤੀ ਹੈ, ਜਿੱਥੇ ਜਿੱਥੇ ਜਿਹਦੀ ਜਿੰਨੀ ਵੀ ਸਮਰੱਥਾ ਹੈਗੀ ਆ, ਆਪਣੀ ਸਮਰੱਥਾ ਅਨੁਸਾਰ ਪੰਜਾਬੀ ਦੇ ਵਿਕਾਸ ਪ੍ਰਸਾਰ ਵਾਸਤੇ ਆਪਣੇ ਯਤਨ ਜਾਰੀ ਰੱਖਣ ਜੀ। ਦਲਵੀਰ ਜੀ, ਤੁਹਾਡੇ ਕੋਲ ਵੀ 1 ਮਿੰਟ ਹੈ ਤੁਹਾਡੇ ਕੋਲ ਜੀ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਹਰ ਇੱਕ, ਮੈਂ ਜਿਵੇਂ ਕਹਿੰਦਾ ਹੁੰਦਾ ਕਿ ਹਰ ਇੱਕ ਇਨਸਾਨ ਦੇ ਸਿਰ ਉੱਤੇ ਇੱਕ ਕਰਜ਼ ਹੁੰਦਾ ਮਾਂ ਬੋਲੀ ਦਾ। ਉਹ ਅਸੀਂ ਕਿਸ ਤਰ੍ਹਾਂ ਉਤਾਰ ਸਕਦੇ ਹਾਂ? ਉਹ ਕਰਜ਼ ਅਸੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਕੇ, ਦੂਜਿਆਂ ਤੱਕ ਪਹੁੰਚਾ ਕੇ, ਇਸ ਦੇ ਸਾਹਿਤ ਨੂੰ ਪੜ੍ਹ ਕੇ, ਲੋਕਾਂ ਨੂੰ ਪੜ੍ਹਾ ਕੇ ਸਾਹਿਤ। ਕਿਉਂਕਿ ਕਈ ਵਾਰੀ ਜਦੋਂ ਮੈਂ ਕਿਤਾਬਾਂ ਲੈਣ ਜਾਂਦਾ ਹੁੰਦਾ ਤੇ ਮੈਂ ਕਈ 5 ਕਾਪੀਆਂ ਖਰੀਦਦਾ ਹੁੰਦਾ, ਤੇ ਲੁਧਿਆਣੇ ਭਾਈ ਸਾਹਿਬ ਕਹਿੰਦੇ ਤੁਹਾਡੀ ਕਿਤਾਬਾਂ ਦੀ ਦੁਕਾਨ ਹੈ। ਮੈਂ ਕਿਹਾ ਨਹੀਂ ਜੀ, ਮੈਂ ਗਿਫਟ ਹੀ ਪੰਜਾਬੀ। ਜੇ ਕਦੇ ਅਸੀਂ ਇਸ ਤਰ੍ਹਾਂ ਦੀਆਂ ਆਦਤਾਂ ਪਾ ਲਈਏ ਪੰਜਾਬੀ ਮਾਂ ਬੋਲੀ ਪ੍ਰਮੋਟ ਕਰਨ ਦੀਆਂ, ਸਾਡੇ ਕੋਲੇ ਬੱਚਿਆਂ ਦਾ ਸਾਹਿਤ ਬਹੁਤ ਥੋੜਾ ਹੈ, ਤੇ ਨਵੇਂ ਲਿਖਾਰੀਆਂ ਨੂੰ ਵੀ ਚਾਹੀਦਾ ਕਿ ਉਹ ਬੱਚਿਆਂ ਦਾ ਸਾਹਿਤ ਰਚਨ। ਤੇ ਇਹੀ ਕਹਿੰਦੇ ਆਪਣੀ ਮਾਂ ਬੋਲੀ ਨਾਲ ਜੁੜੋ, ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਦੇਸ਼ਾਂ ਪ੍ਰਦੇਸ਼ਾਂ ਵਿੱਚ। ਤੇ ਪੰਜਾਬ ਦੇ ਵਿੱਚੋਂ ਲੱਗਦਾ ਕਿ ਮਾਂ ਬੋਲੀ ਦਾ ਉਨਾ ਪ੍ਰਚਾਰ ਨਹੀਂ ਹੋ ਰਿਹਾ ਜਿੰਨਾ ਹੋਣਾ ਚਾਹੀਦਾ, ਜ਼ਿਆਦਾਤਰ ਵਿਦੇਸ਼ਾਂ ਵਿੱਚ ਹੋ ਰਿਹਾ। ਇਸ ਲਈ ਅਸੀਂ ਤੁਹਾਡੇ ਵਰਗੇ ਸੱਜਣਾਂ ਦੇ ਬਹੁਤ ਧੰਨਵਾਦੀ ਹਾਂ ਜੀ। ਇਹਦੇ ਬਾਰੇ ਅਸੀਂ ਜ਼ਰੂਰ ਅਗਲੀ ਵਾਰ ਗੱਲ ਕਰਾਂਗੇ। ਤੇ ਅੱਜ ਦੀ ਜਿਹੜੀ ਗੱਲਬਾਤ ਹੈਗੀ ਆ, ਪ੍ਰਭਜੋਤ ਜੀ, ਮੈਂ ਤੁਹਾਡੇ ਕੋਲੋਂ ਅੱਧੇ ਮਿੰਟ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਕਿਉਂਕਿ ਤੁਹਾਡਾ ਬਹੁਤ ਵਿਸ਼ਾਲ ਤਜਰਬਾ ਰਿਹਾ ਹੈ ਪੰਜਾਬੀ ਦਾ ਤੇ ਹੁਣ ਵੀ ਹੈ। ਤੇ ਤੁਸੀਂ ਆ ਜਿਹੜੀ ਸਿੱਖ ਚੈਨਲ ਦਾ ਜਿਹੜਾ ਉਪਰਾਲਾ ਹੈ, ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਸਾਰੀ ਦੁਨੀਆ ਵਿੱਚ ਦਿਖਾਈ ਜਾ ਰਹੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਪ੍ਰਭ, 1 ਮਿੰਟ ਦੇ ਵਿੱਚ? ਦੇਖੋ ਜੀ, ਇਸ ਯਤਨ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਥੋੜੀ ਆ, ਕਿਉਂਕਿ ਇਲੈਕਟ੍ਰੋਨਿਕ ਮਾਧਿਅਮ ਇੱਕ ਐਸਾ ਮਾਧਿਅਮ ਆ ਜਿਹਦੇ ਨਾਲ ਅਸੀਂ ਇੱਕੋ ਸਕਰੀਨ ਤੇ ਬੈਠਿਆਂ ਹੋਇਆਂ ਸੰਸਾਰ ਭਰ ਵਿੱਚ ਲੋਕਾਂ ਦੇ ਨਾਲ ਜੁੜ ਸਕਦੇ ਹਾਂ। ਸੋ ਤੁਹਾਡੇ ਇਸ ਉਦਮ ਨੂੰ ਮੈਂ ਦਿਲੋਂ ਸਲਾਮ ਕਰਦਾ ਹਾਂ। ਇਹੋ ਜਿਹੇ ਉਦਮ ਜਿਹੜੇ ਆ ਉਹ ਤੁਹਾਨੂੰ ਕਰਨ ਵਾਸਤੇ ਪਰਮਾਤਮਾ ਹੋਰ ਬਲ ਬਖਸ਼ੇ, ਔਰ ਅਸੀਂ ਇਹ ਉਦਮ ਲਗਾਤਾਰ ਕਰਦੇ ਰਹੀਏ, ਇਹ ਸਾਡੀ ਕਾਮਨਾ ਹੈ। ਇਹਨਾਂ ਸ਼ਬਦਾਂ ਨਾਲ ਤੁਹਾਡਾ ਦਲਵੀਰ ਜੀ, ਤੁਹਾਡਾ ਪ੍ਰਭਜੋਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਡੇ ਮਹਿਮਾਨ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਪਿਆਰੇ ਦਰਸ਼ਕੋ,
ਇਹਨਾਂ ਮਹਿਮਾਨਾਂ ਦੇ ਨਾਲ ਅਗਰ ਤੁਸੀਂ ਵੀ ਕੋਈ ਸਿੱਖ ਚੈਨਲ ਦੇ ਨਾਲ ਪੰਜਾਬੀ ਵਾਸਤੇ ਕੋਈ ਇਹੋ ਜਿਹਾ ਕਾਰਜ ਕਰ ਰਹੇ ਆ, ਕੋਈ ਸ਼ਲਾਘਾਪੂਰਵਕ ਕਾਰਜ ਕਰ ਰਹੇ ਆ, ਬੱਚਿਆਂ ਨੂੰ ਪੜ੍ਹਾਉਣ ਦਾ ਕਾਰਜ ਕਰ ਰਹੇ ਆ, ਜਾਂ ਪੰਜਾਬੀ ਨੂੰ ਹੋਰ ਕਿਸ ਤਰ੍ਹਾਂ ਪ੍ਰਫੁੱਲਤ ਕਰਨ ਦਾ ਯਤਨ ਕਰ ਰਹੇ ਆ, ਪੰਜਾਬੀ ਦੇ ਵਿਕਾਸ ਵਾਸਤੇ ਯਤਨ ਪਾ ਰਹੇ ਆ, ਤੁਸੀਂ ਉਹਦੇ ਵਿਗਿਆਨੀਕਰਨ ਦੀ ਗੱਲ ਕਰ ਰਹੇ ਆ, ਤੇ ਉਹਦੇ ਬਾਰੇ ਸਾਨੂੰ ਤੁਸੀਂ ਜ਼ਰੂਰ ਸੰਪਰਕ ਕਰੋ। ਤੇ ਇਸ ਦੇ ਨਾਲ ਹੀ ਅਸੀਂ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਰੀ ਦੁਨੀਆ ਦੇ ਵਿੱਚ ਅਸੀਂ ਅੰਤਰਰਾਸ਼ਟਰੀ ਪੰਜਾਬੀ ਹਫ਼ਤਾ ਮਨਾ ਰਹੇ ਹਾਂ, ਤੇ ਸਿੱਖ ਚੈਨਲ ਤੁਹਾਤੋਂ ਆਸ ਰੱਖੇਗਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਗਤੀਵਿਧੀਆਂ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਚਾਹੋਗੇ। ਅੱਜ ਦੀ ਜਿਹੜੀ ਗੱਲਬਾਤ ਹੈ ਬੜੀ ਸੰਖੇਪ ਸੀ, ਕਿਉਂਕਿ ਸਮਾਂ ਥੋੜਾ ਸੀ, ਇਹ ਗੱਲਾਂ ਕਈ ਕਰਨ ਵਾਲੀਆਂ ਸੀ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਕੱਲੀ ਗੱਲ ਨੂੰ ਲੈ ਕੇ ਇਹਨਾਂ ਮਹਿਮਾਨਾਂ ਦੇ ਨਾਲ ਜ਼ਰੂਰ ਅਸੀਂ ਰਾਬਤਾ ਕਾਇਮ ਕਰਾਂਗੇ। ਨਾਲ ਦੀ ਨਾਲ ਦੇਖਾਂਗੇ ਕਿ UK, ਯੂਰਪ ਦੇ ਵਿੱਚ ਹੋਰ ਥਾਵਾਂ ਦੇ ਉੱਤੇ, ਜਾਂ ਖਾਸ ਤੌਰ ਤੇ ਕੈਨੇਡਾ, ਅਮਰੀਕਾ ਦੇ ਵਿੱਚ ਕਿਹੋ ਜਿਹੇ ਯਤਨ ਹੋ ਰਹੇ ਹੈਗੇ ਆ। ਅਰਜਨਟੀਨਾ ਦੇ ਵਿੱਚ ਬੜੀ ਵੱਡੀ ਸਾਡੀ ਪੰਜਾਬੀ ਭਾਈਚਾਰਾ ਹੈ, ਉਹਨਾਂ ਦੇ ਨਾਲ ਵੀ ਅਸੀਂ ਇਹ ਯਤਨ ਕਰਾਂਗੇ। ਪੰਜਾਬੀ ਨੂੰ ਅਸੀਂ ਹੀ ਪ੍ਰਫੁੱਲਤ ਕਰਨਾ ਹੈ। ਜਿਵੇਂ ਦਲਵੀਰ ਜੀ ਨੇ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਪੰਜਾਬੀ ਦਾ ਉਹਨਾਂ ਪ੍ਰਚਾਰ ਨਹੀਂ ਹੋ ਰਿਹਾ। ਅਗਰ ਅਸੀਂ ਗਦਰ ਪਾਰਟੀ ਵਾਂਗੂ ਇੱਕ ਮੁਹਿੰਮ ਬਣਾ ਕੇ ਪੰਜਾਬ ਵਿੱਚ ਜਾਵਾਂਗੇ ਤੇ ਜ਼ਰੂਰ ਕਾਮਯਾਬੀ ਹੋਊਗੀ। ਤੇ ਉਹਨਾਂ ਸ਼ਬਦਾਂ ਦੇ ਨਾਲ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।